सुखमणि सुख अमृत प्रभ नाम, भगत जना के मन बिसराम। वाहेगुरु जी का खालसा, वाहेगुरु जी की बहु शास्त्र बहु सिमरते, एके पूजस नाहि हर हरे, पूजस नाहि हर हरे, नानक नानक नाम जाप ताप ज्ञान संता, जाप ताप ज्ञान संता, पाठ शास्त्र
जी का खालसा वाहिगुरु जी की फतेह। प्यारी साध संगत जीओ, मैं कुछ ਸਕਿੰਟ पहले आप जी नाल गुरबाणी ਦੀ जनरल गल करांगा। गुरबाणी वाहिगुरु ਦੇ ਸ਼ਬਦ ਰੂਪ ਵਿੱਚ ਕਣ ਕਣ ਵਿੱਚ ਵਸਦੇ ਸਰੂਪ ਦਾ ਇੱਕ ਕਥਨ ਹੈ। ਇਹ ਲਿਖਤ ਰੂਪ ਹੈ। ਸ਼ਬਦ ਰੂਪ ਵਾਹਿਗੁਰੂ ਦਾ ਇੱਕ ਪ੍ਰਗਟ ਸਰੂਪ ਹੈ। ਇਹ ਉਹ ਹੈ ਜੋ ਮੇਰੀ ਅੰਤःਕਰਣ ਦੀ ਸੁਰਤ ਸੋਝੀ ਨੇ ਮਹਿਸੂਸ ਕਰਕੇ ਪਾ ਲਿਆ ਹੈ। ਆਪਣਾ ਬਣਾ ਕੇ ਉਸ ਨਾਲ ਜੁੜ ਕੇ ਉਸ ਨੂੰ ਆਪਣੇ ਅਹਿਸਾਸ ਤੇ ਅਨੁਭਵ ਬਣਾ ਲਿਆ ਹੈ। ਸ਼ਬਦ ਵਾਹਿਗੁਰੂ ਦਾ ਮੇਰਾ ਅਨੁਭਵ ਹੈ, ਮੇਰਾ ਪ੍ਰਾਪਤ ਸਰੂਪ ਹੈ। ਮੇਰੇ ਅੰਤਰਕਰਣ ਵਿੱਚ ਉਹ ਪ੍ਰਗਟ ਹੈ, ਉਹ ਸਪਸ਼ਟ ਹੈ। ਸੋ ਰੱਬ ਤੇ ਇੱਕ ਓਂਕਾਰ ਹੈ, ਕੇਵਲ ਤੇ ਕੇਵਲ ਉਹ ਇੱਕੋ ਇੱਕ ਹੈ। ਉਹੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਤੂੰ ਹੀ, ਤੂੰ ਹੀ, ਤੂੰ ਹੀ। ਇਹ ਪ੍ਰਭੂ ਦੀ ਵਰਤਦੀ ਦਿਖਦੀ ਕਿਰਪਾ ਦੀ ਸਾਡੇ ਕੋਲ ਇੱਕ ਪ੍ਰਸਾਦ ਰੂਪ ਹੈ। ਵਾਹਿਗੁਰੂ ਦਾ ਅਨੁਭਵ ਜਦੋਂ ਕਥਨ ਵਿੱਚ ਆ ਜਾਂਦਾ ਹੈ, ਉਹ ਗੁਰ ਸ਼ਬਦ ਤੇ ਗੁਰਬਾਣੀ ਬਣ ਕੇ ਸੁਣਿਆ ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਲਿਖਤ ਵਿੱਚ ਇਹ ਬਾਣੀ ਹੈ। ਗੁਰੂ ਸਾਹਿਬਾਨ ਨੇ ਰੱਬ ਨਾਲ ਜੁੜੇ ਭਗਤਾਂ ਦੀ, ਗੁਰਸਿੱਖਾਂ ਦੀ ਇਸ ਅਨੁਭਵ ਨੂੰ ਹੀ ਬਾਣੀ ਦੇ ਰੂਪ ਵਿੱਚ ਸਵੀਕਾਰ ਕਰਕੇ, ਕੋਖ ਕੇ, ਵਿਚਾਰ ਕੇ, ਆਪਣੇ ਅਨੁਭਵ ਵਾਂਗ ਹੀ ਕਬੂਲ ਕਰਕੇ ਇਸ ਨੂੰ ਸ਼ਬਦ ਰੂਪ, ਲਿਖਤ ਰੂਪ ਵਿੱਚ ਪ੍ਰਾਪਤ ਕਰ ਲਿਆ। ਇਹ ਰੱਬ ਦੀ ਵਰਤਦੀ ਮਿਹਰ ਹੈ। ਜਦੋਂ ਅਨੁਭਵ ਵਿੱਚ ਆਈ, ਸਮਾਈ, ਫਿਰ ਇਹ ਮਿਹਰ ਸ਼ਬਦ ਬਣ ਗਈ। ਕਥਨ ਵਿੱਚ ਆਈ, ਇਹ ਬਾਣੀ ਤੇ ਗੁਰਬਾਣੀ ਬਣ ਗਈ। ਗੁਰਬਾਣੀ ਗੁਰੂ ਮੋਹਰ ਨਾਲ ਬਣਦੀ ਹੈ। ਗੁਰੂ ਦੀ ਸਟੈਂਪ ਜਦੋਂ ਲੱਗਦੀ ਹੈ ਤਾਂ ਸ਼ਬਦ ਜੋ ਹੈ ਉਹ ਬਾਣੀ ਤੇ ਗੁਰਬਾਣੀ ਬਣ ਜਾਂਦਾ ਹੈ। ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰ ਮਨ ਵਸਾਏ। ਸਬਦੇ ਉਪਜੈ ਅੰਮ੍ਰਿਤ ਬਾਣੀ, ਸਬਦੇ ਉਪਜੈ ਅੰਮ੍ਰਿਤ ਬਾਣੀ। ਗੁਰ ਮੁਖ ਆਖ ਸੁਹਾਵਣਿਆ। ਸੋ ਵਾਹਿਗੁਰੂ ਦਾ ਅਨੁਭਵ ਸ਼ਬਦ ਹੈ, ਸ਼ਬਦ ਗੁਰਬਾਣੀ ਹੈ ਤੇ ਇਹੀ ਗੁਰੂ ਹੈ। ਹੁਣ ਸਾਰੀ ਗੁਰਬਾਣੀ ਹੀ ਗੁਰੂ ਹੈ। ਸਾਰੀ ਗੁਰਬਾਣੀ ਸ਼ਬਦ ਹੈ। ਸਾਰੀ ਗੁਰਬਾਣੀ ਰੱਬ ਨਾਲ ਜੁੜੀ ਰੂਹ ਦਾ ਇੱਕ ਕਥਨ ਹੈ। ਸਾਰੀ ਬਾਣੀ ਹੀ ਰੂਹ ਦਾ ਪ੍ਰਗਟ ਹੋਇਆ ਇੱਕ ਨਿਰੰਕਾਰ ਹੈ। ਇਹ ਅੰਮ੍ਰਿਤ ਦਾ ਅਥਾਹ ਸਾਗਰ ਹੈ। ਕਿਵੇਂ ਕਿਧਰੋਂ ਪੀਓ, ਭਾਵੇਂ ਆਪਣੇ ਨਿਜ ਅੰਤःਕਰਣ ਵਿੱਚ ਸਮੋ ਲਵੋ। ਇਹ ਸਾਰਾ ਹੀ ਅੰਮ੍ਰਿਤ ਹੈ। ਇਹ ਸਾਰੀ ਮਿਸ਼ਰੀ ਹੈ। ਇਹ ਅੰਮ੍ਰਿਤ ਬਾਣੀ, ਮਿਸ਼ਰੀ, ਸ਼ਹਿਦ ਨੂੰ ਕਿਧਰੋਂ ਵੀ ਕਿਤਨਾ ਵੀ ਲੈ ਲਓ, ਇਹ ਇੱਕ ਰਸ ਸ਼ਬਦ ਗੁਰੂ ਹੀ ਹੈ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਇਹ ਪੀਣਾ ਅੰਦਰਲੀ ਪਿਆਰ ਨਾਲ ਸਰਣ ਵਿੱਚ ਆ ਕੇ, ਮੈਂ ਸਿਆਣਪ ਬੁੱਧ ਹੰਕਾਰ ਛੱਡ ਕੇ ਅੰਤःਕਰਣ ਵਿੱਚ, ਮਨ ਵਿੱਚ ਬਚਨ ਕਰਕੇ ਲੈ ਲਓ, ਖਾਵੋ, ਪੁੰਚੋ। ਇਹ ਪ੍ਰਭੂ ਦਾ ਇੱਕ ਓਂਕਾਰ ਦਾ, ਵਾਹਿਗੁਰੂ ਦਾ ਜਾਪ ਬਣਾ ਕੇ ਵਸਾ ਲਓ। ਗੁਰੂ ਅਰਜਨ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਨਿਤਨੇਮ ਦੇ ਰੂਪ ਵਿੱਚ ਨਿਸ਼ਚਿਤ ਕਰ ਦਿੱਤਾ ਕਿ ਇਹ ਘੱਟ ਤੋਂ ਘੱਟ ਜ਼ਰੂਰੀ ਹੈ। ਇਸ ਨੂੰ ਜ਼ਰੂਰ ਕਰੋ, ਨਿਤ ਕਰੋ, ਹੋਰ ਵੀ ਕਰੋ, जितना करो बेशक करो, साथ साथ सिमरो,
ਸੁਖਮਨੀ ਸਾਹਿਬ ਵੀ ਇਸੇ ਤਰ੍ਹਾਂ ਇਸੇ ਅੰਮ੍ਰਿਤ ਦਾ ਹੀ ਇੱਕ ਹਿੱਸਾ ਹੈ। ਸੁਖਮਨੀ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ, ਗੁਰਬਾਣੀ ਦਾ, ਗੁਰੂ ਦਾ ਸ਼ਬਦ ਦਾ ਇੱਕ ਪ੍ਰਗਟ ਹਿੱਸਾ ਹੈ ਤੇ ਇਸ ਪ੍ਰਗਟ ਹਿੱਸੇ ਨੂੰ ਅਸੀਂ ਗੁਰੂ ਅਨੁਭਵ ਦਾ ਪ੍ਰਗਟਾਵ, ਗੁਰੂ ਅਨੁਭਵ ਦਾ ਐਕਸਪ੍ਰੈਸ਼ਨ ਹੀ ਸਮਝਣਾ ਹੈ। ਸੁਖਮਨੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸੌਖਾ ਹੈ, ਸਪਸ਼ਟ ਹੈ ਤੇ ਵਿਆਖਿਆ ਸਹਿਤ ਹੈ। ਇਹਦੇ ਅੰਦਰ ਹੀ ਵਿਆਖਿਆ ਹੈ, ਕਿਉਂਕਿ ਇੱਕ ਇੱਕ ਵਿਚਾਰ ਨੂੰ, ਇੱਕ ਇੱਕ ਆਈਡੀਆ ਨੂੰ, ਇੱਕ ਇੱਕ ਥਾਟ ਪ੍ਰੋਸੈਸ ਨੂੰ ਬਾਰ-ਬਾਰ ਖੋਲ ਕੇ ਵਿਚਾਰਿਆ ਤੇ ਦੱਸਿਆ ਗਿਆ। ਤੋ ਇਹ ਵਿਆਖਿਆ ਸਹਿਤ ਇੱਕ ਤਰ੍ਹਾਂ ਦੇ ਨਾਲ ਸ਼ਬਦ ਦਾ ਅਨੁਭਵ ਹੈ। ਇਸ ਨੂੰ ਗਾਵੋ, ਸੁਣੋ, ਪੜੋ ਨਿਤ ਭਾਈ, ਕਿਉਂਕਿ ਪ੍ਰਭ ਬਾਣੀ ਸ਼ਬਦ ਸੁਭਾਖਿਆ। ਇਸ ਤਰ੍ਹਾਂ ਦੇ ਹੁਣ ਮੈਨੂੰ ਵਾਹਿਗੁਰੂ ਨੇ ਤੀਜੀ ਅਸ਼ਟਪਦੀ ਦੀ ਸਾਂਝ ਤੁਹਾਡੇ ਨਾਲ ਕਰਨ ਦੀ ਬਖਸ਼ਿਸ਼ ਦਿੱਤੀ ਹੈ। ਤੁਹਾਨੂੰ ਮੇਰੀ ਲੋੜ ਨਹੀਂ, ਮੇਰੇ ਵਿਚਾਰਾਂ ਦੀ ਤੁਹਾਨੂੰ ਲੋੜ ਨਹੀਂ। ਬਾਣੀ ਬਹੁਤ ਸਪਸ਼ਟ ਹੈ। ਥੋੜਾ ਜਿਹਾ ਯਤਨ, ਥੋੜਾ ਜਿਹਾ ਸਿਦਕ ਭਰੋਸਾ, ਥੋੜੀ ਜੀ ਅੰਦਰਲੀ ਅਰਦਾਸ, ਬਸ ਇਤਨਾ ਹੀ ਕਾਫੀ ਹੈ। ਅੱਖਰਾਂ ਦਾ ਅਰਥ, ਤੁਕਾਂ ਦਾ ਅਰਥ ਸਾਰੇ ਟੀਕਿਆਂ ਤੇ ਵਿਆਖਿਆ ਦੇ ਵਿੱਚੋਂ ਕਿਸੇ ਨਾ ਕਿਸੇ ਦਾ ਵੀ ਲੈ ਲਓ, ਸਮਝ ਜਾਓਗੇ। ਲੇਕਿਨ ਅੰਦਰ ਦੇ ਭਾਵ ਨੂੰ ਪੀਣ ਦਾ, ਅਪਣਾਉਣ ਦਾ, ਅੰਤःਕਰਣ ਵਿੱਚ ਵਸਾਉਣ ਦਾ ਯਤਨ ਕਰੋ। ਇਹ ਹੈ ਅਸਲ ਸਾਡਾ ਪ੍ਰਯੋਜਨ। ਸ਼ਲੋਕਾਂ ਵਿੱਚ ਅਸ਼ਟਪਦੀਆਂ ਦਾ ਮੂਲ ਭਾਵ ਲੈਣ ਦੀ ਇੱਕ ਤਰ੍ਹਾਂ ਦੀ ਪਹਿਲੀ ਸਾਗਰ ਜਲ ਵਿੱਚ ਡਾਈਵ ਹੈ, ਜਾਣ ਦੀ ਇੱਕ ਪਹਿਲੀ ਛਾਲ ਹੈ। ਆਓ ਅਸੀਂ ਵੀ ਉਹ ਡਾਈਵ, ਇਸ ਤੀਜੀ ਅਸ਼ਟਪਦੀ ਦੀ ਪਹਿਲੀ ਡਾਈਵ, ਪਹਿਲੀ ਛਾਲ ਲਈਏ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢਢੋਲ। ਸ਼ਾਸਤਰ 6 ਨੇ, ਬਹੁਤੇ ਨੇ, ਕਿੰਨੀ ਗਿਣਤੀ ਹੈ, ਉਹਨਾਂ ਦੇ ਨਾਂ ਕੀ ਨੇ, ਉਹਨਾਂ ਵਿੱਚ ਕੀ ਲਿਖਿਆ ਹੈ, ਅਨੇਕਾਂ ਸਿਮਰਤੀਆਂ ਹਨ। ਸਾਨੂੰ ਇਸ ਵਿਆਖਿਆ ਵਿੱਚ ਜਾਣ ਦੀ ਲੋੜ ਨਹੀਂ। ਸੁਖਮਨੀ ਨੂੰ ਸਮਝਣ ਲਈ, ਸੁਖਮਨੀ ਨੂੰ ਅਪਣਾਉਣ ਲਈ, ਜੀਵਨ ਬਣਾਉਣ ਲਈ। ਇਹ ਹਿੰਦੂ ਗ੍ਰੰਥਾਂ ਬਾਰੇ ਲਿਖਿਆ ਲੱਗਦਾ ਹੈ, ਲੇਕਿਨ ਕਿਸੇ ਵੀ ਧਰਮ ਦੇ ਸਾਰੇ ਗ੍ਰੰਥਾਂ ਨੂੰ ਵੀ ਇਸੇ ਤਰ੍ਹਾਂ ਹੀ ਲਿਆ ਜਾ ਸਕਦਾ ਹੈ। ਇਹ ਬੁੱਕਸ ਔਨ ਰਿਲੀਜੀਅਸ ਫਿਲਾਸਫੀ ਜਾਂ ਬੁੱਕਸ ਔਨ ਮੋਰਲਸ ਐਂਡ ਕੋਡਸ ਐਂਡ ਪ੍ਰੈਕਟਿਸਿਸ ਹਨ। ਇਹਨਾਂ ਗ੍ਰੰਥਾਂ ਦੀ ਗਿਣਤੀ ਵਿਆਖਿਆ ਤੋਂ ਬਿਨਾਂ ਇਹ ਅਸੀਂ ਇਹ ਦੇਖਣਾ ਹੈ ਕਿ ਗੁਰੂ ਸਾਹਿਬ ਜੀ ਆਪ ਕਹਿ ਰਹੇ ਹਨ ਕਿ ਬਹੁਤ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟਡੋਲ। ਮੈਂ ਵੇਖੇ ਨੇ, ਵੇਖੇ ਨੇ, ਟਡੋਲ ਐਗਜ਼ਾਮਿਨ ਕੀਤਾ, ਚੰਗੀ ਤਰ੍ਹਾਂ ਇਹਨਾਂ ਨੂੰ ਸਮਝ ਕੇ ਕੇਅਰਫੁਲੀ ਟਰਾਈਂਗ ਟੂ ਕੰਪਰੀਹੈਂਡ ਇਟ। ਗੁਰੂ ਜੀ ਨੇ ਆਪ ਇਹ ਕਾਰਜ ਕਰ ਲਿਆ। ਸੋ ਸਾਨੂੰ ਕਰਨ ਦੀ ਲੋੜ ਨਹੀਂ। ਸ਼ੌਕ ਆਏ ਬੇਸ਼ੱਕ ਕਰੋ, ਲੇਕਿਨ ਅਸੀਂ ਗੁਰੂ ਜੀ ਕੀ ਸੰਦੇਸ਼ ਦੇ ਰਹੇ ਨੇ ਉਸ ਨੂੰ ਲੈਣ ਦਾ ਯਤਨ ਕਰਨਾ ਹੈ। ਉਸ ਇਹ ਹੈ ਕਿ ਬਹੁਤ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢਢੋਲ। ਪੂਜਸ ਨਾਈ ਹਰ ਹਰੇ। ਇਹ ਰੱਬ ਦੇ ਨਾਮ, ਰੱਬ ਦੇ ਜਾਪ, ਰੱਬ ਦੇ ਪਿਆਰ, ਇਹਦੇ ਨੇੜੇ ਵੀ ਨਹੀਂ ਪਹੁੰਚਦੇ। ਪੂਜਸ ਨਾਈ, ਉਹਦੇ ਨੇੜੇ ਨਹੀਂ ਪਹੁੰਚਦੇ। ਪੂਜਸ ਨਾਈ ਹਰ, they do not reach the essence of ਨਾਮ। ਨਾਮ ਤੱਕ, ਨਾਮ ਵੱਲ ਇਹ ਨਹੀਂ ਅਪੜਦੇ। ਤੋ ਇਹਦਾ ਮਤਲਬ ਇਹ ਹੈ ਕਿ ਨਾਮ ਹੀ ਅਮੋਲ ਪ੍ਰਾਈਸ ਵੈਲਿਊ ਤੋਂ ਪਰੇ, ਅਮੋਲ ਪ੍ਰਾਈਸ ਵੈਲਿਊਏਸ਼ਨ ਤੋਂ ਪਰੇ, ਨਾਮ ਹੀ ਰੀਅਲ ਰਿਐਲਿਟੀ ਹੈ। ਸੋ ਹੁਣ
8 ਪੌੜੀਆਂ ਜਾਂ ਅਸ਼ਟਪਦੀ ਵਿੱਚ ਸਤਿਗੁਰੂ ਇਸੇ ਖਿਆਲ ਨੂੰ ਖੁੱਲ ਕੇ ਸਪਸ਼ਟੀਕਰਨ ਦਿੰਦੇ ਹਨ। ਪਹਿਲੀ ਪੌੜੀ, ਜਾਪ ਤਾਪ ਗਿਆਨ ਸਭ ਧਿਆਨ, ਸਾਰੇ ਜਪ ਤਪ ਗਿਆਨ ਧਿਆਨ ਰਿਪੀਟਿਵ ਕਾਰਜ। 6 ਸ਼ਾਸਤਰ ਸਿਮਰਤੀਆਂ ਵਿਖਿਆਨ ਇਹ ਧਿਆਨ ਦਾ ਪ੍ਰਸਾਰ ਹੀ ਹਨ, ਇਹ ਗਿਆਨ ਦਾ ਪ੍ਰਸਾਰ ਹੀ ਹਨ। ਖਟ ਸ਼ਾਸਤਰ ਸਿਮਰਤ ਵਿਖਿਆਨੀ ਹਨ, ਗਿਆਨ ਦੀ ਖੋਜ ਹੈ। ਵੇਖਣਾ ਮੈਂ ਵੀ ਵਿਖਿਆਨ ਤੇ ਕਥਨ ਤੱਕ ਨਾ ਸੀਮਤ ਰਹਿ ਜਾਵਾਂ, ਮੈਂ ਇਸ ਤੋਂ ਅੱਗੇ ਜਾਣਾ। ਯੋਗ ਅਭਿਆਸ ਕਰਮ ਧਰਮ ਕਿਰਿਆ ਇਹ ਵੀ ਰਿਲੀਜੀਅਸ ਫਾਰਮੈਲਿਟੀ ਨੇ, ਅੰਤःਕਰਨ ਦਾ ਨਾਮ ਨਹੀਂ ਹਨ। ਚੰਦਨ ਦੀ ਉਧੇੜ ਬਿੰਦ ਵਿੱਚ ਤਾਂ ਨਹੀਂ ਹਨ। ਕਿੰਨਾ ਉਧਾਰ ਕਰਨਾ ਹੈ, ਕਿਸ ਨੇ ਕਿਵੇਂ ਕਰਨਾ ਹੈ, ਇਹ ਕਰਮ ਧਰਮ ਕਿਰਿਆ ਹਨ, ਅੰਦਰ ਦਾ ਨਹੀਂ ਹੈ। ਜਾਂ ਸਗਲ ਤਿਆਗ ਮਨ ਮੱਥੇ ਫਿਰਿਆ, ਘਰ ਬਾਰ ਜ਼ਿੰਮੇਵਾਰੀਆਂ ਨੂੰ ਭੱਜ ਕੇ ਛੱਡ ਕੇ ਭੋਰਿਆਂ ਵਿੱਚ ਬੈਠ ਗਿਆ, ਜੰਗਲਾਂ ਵਿੱਚ ਚਲਾ ਗਿਆ। ਅਨੇਕ ਪ੍ਰਕਾਰ ਕੀ ਇਹ ਬਹੁ ਯਤਨ, ਪੁੰਨ ਦਾਨ ਹੋਮੇ ਬਹੁ ਰਤਨਾ। ਹੋਮੇ ਘਿਓ ਅਗਨੀ ਦੇ ਵਿੱਚ ਪਾਣਾ, ਰਤਨ ਘਿਓ ਹੈ, ਉਸ ਨੂੰ ਅਗਨੀ ਵਿੱਚ ਪਾਣਾ ਸਮਝਣਾ। ਇਹਦੇ ਨਾਲ ਵਾਤਾਵਰਣ ਤਾਂ ਪਵਿੱਤਰ ਹੋ ਸਕਦਾ ਹੈ, ਲੇਕਿਨ ਮੈਂ ਨਹੀਂ ਪਵਿੱਤਰ ਹੁੰਦਾ, ਮੇਰੇ ਅੰਤःਕਰਨ ਵਿੱਚ ਨਹੀਂ ਜਾਂਦਾ। ਸਰੀਰ ਕਟਾਏ ਹੋਮੇ ਕਰਾਤੀ, ਤੇ ਛੱਡੋ ਆਪਣੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਵਰਤ ਨੇਮ ਕਰਕੇ ਵੀ ਕਰ ਲਿਆ, ਲੇਕਿਨ ਇੰਜ ਨਹੀਂ ਜੇ ਹੋਣਾ। ਰੱਤੀ ਰੱਤੀ ਸਰੀਰ ਕਟਾਏ ਹੋਮੇ ਕਰਾਤੀ, ਰੱਤੀ ਰੱਤੀ ਵੀ ਕਰ ਦਿੱਤਾ, ਨਹੀਂ ਵਰਤ ਨੇਮ ਇਹ ਵੀ ਨਹੀਂ। ਇੰਜ ਕਰੋ ਇਹ ਨਹੀਂ, ਇਹ ਕਹਿੰਦੇ ਉਂਝ ਕਰੋ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਅਸੀਂ ਤੇ ਉਸ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਆਪਣੇ ਅੰਦਰ ਸਮਾਉਣਾ ਹੈ। ਫਿਰ ਗੁਰੂ ਜੀ ਕਹਿ ਰਹੇ ਨੇ, 9 ਖੰਡ ਪ੍ਰਿਥਵੀ ਫਿਰੈ ਚਿਰ ਜੀਵੈ। ਸਾਰੀ ਧਰਤੀ ਸਾਰੇ ਖੰਡ ਬੜੀ ਲੰਬੀ ਉਮਰ ਵੀ ਕਰ ਲਈ। ਮਹਾ ਉਦਾਸ ਤਪੀ ਸਰ ਥੀਵੈ, ਤਪੀ ਹੋ ਗਿਆ, ਦੁਨੀਆ ਛੱਡ ਦਿੱਤੀ। ਅਗਨ ਮਾਏ ਹੋਮਤ ਪ੍ਰਾਨ, ਹਵਨ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਪ੍ਰਾਣ ਪਾ ਦਿੱਤੇ। ਕਨਿਕ ਅਸਵ ਹੈਵਰ ਭੂਮ ਦਾਨ, ਕਨਿਕ ਸੋਨਾ ਘੋੜੇ, ਬੜੇ ਸੋਹਣੇ ਘੋੜੇ ਹੈਵਰ। ਭੂਮਿ ਦਾਨ, ਪਲਾਟ ਵੇਚ ਦਿੱਤੇ, ਉਹਨਾਂ ਨੂੰ ਵੀ ਦਾਨ ਕਰ ਦਿੱਤਾ। ਨਿਉਲੀ ਕਰਮ ਕਰੇ ਬਹੁ ਆਸਨ, ਔਖੇ ਔਖੇ ਆਸਨ, ਬਾਡੀ ਪੋਸਚਰ, ਅੰਤੜੀਆਂ ਦਾ ਸਾਫ਼ ਕਰਨਾ ਨਿਉਲੀ ਕਰਮ ਹੁੰਦਾ। ਜੈਨ ਮਾਰਗ ਸੰਜਮ ਅਤ ਸਾਧਨ, ਜੈਨੀਆਂ ਵਾਂਗ ਸੰਜਮ ਸਰੀਰਕ ਔਖ ਸਹਾਰੇ। ਨਿਮਖ ਨਿਮਖ ਕਰ ਸਰੀਰ ਕਟਾਵੇ, ਆਪਣੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਵੀ, ਪੋਰੀ ਪੋਰੀ ਕਰਕੇ ਵੀ ਜੇ ਉਹ ਕਰਾ ਲਵੇ ਤਾਂ ਵੀ ਹਉਮੈ ਮੈਲ ਨਾ ਜਾ। ਮੈਲ ਤੇ ਅੰਦਰ ਹੈ, ਹਉਮੈ ਤੇ ਅੰਦਰ ਹੈ, ਸਰੀਰ ਦੇ ਬਾਹਰ ਨਹੀਂ ਹੈ। ਮੈਂ ਸਰੀਰ ਦੇ ਬਾਹਰ ਲੱਗ ਕੇ ਅੰਦਰ ਨਹੀਂ ਪਹੁੰਚਣਾ। ਹਰ ਕੇ ਨਾਮ ਸੰਸਰ ਕਛੁ ਨਾਏ, ਹਰੀ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂ। ਨਾਨਕ ਗੁਰਮੁਖ ਨਾਮ ਜਪਤ ਗਤ ਪਾਏ। ਗੁਰੂ ਜੀ ਕਹਿੰਦੇ ਨੇ ਕਿ ਨਾਮ ਜਪਣ ਨਾਲ ਹੀ ਗਤੀ ਹੋਣੀ ਹੈ। ਨਾਮ ਹੈ ਅੰਤःਕਰਨ ਦਾ ਅਨੁਭਵ, ਅੰਤःਕਰਨ ਦਾ ਸ਼ਬਦ ਦਾ, ਗੁਰਬਾਣੀ ਦਾ, ਪ੍ਰਭੂ ਦਾ ਪਿਆਰ, ਸਰਣ ਵਾਸਾ, ਉਸ ਨੂੰ ਯਾਦ, ਇਹ ਹੈ ਨਾਮ। ਇਹ ਸਭ ਤੋਂ ਉੱਤਮ ਚੀਜ਼ ਹੈ। ਇਹ ਕਰਮ, ਇਹ ਕਾਂਡ, ਰੈਪੀਟੀਟਿਵ ਪ੍ਰੈਕਟਿਸਿਸ ਇਹ ਨਹੀਂ ਹੈ। ਔਰ ਇਹ ਯਾਦ ਰੱਖਣਾ ਇਹ ਕੇਵਲ ਹੋਰਨਾਂ ਲਈ ਨਹੀਂ, ਮੇਰੇ ਲਈ ਵੀ ਹੈ। ਜੇ ਮੈਂ ਸਿਰਫ ਇਹ ਹੀ ਲੱਗ ਜਾਵਾਂ ਕਿ ਮੈਂ ਚੌਰ ਕਿੰਨੀ ਉੱਚੀ ਰੱਖਣੀ ਹੈ, ਲੰਬੀ ਹੈ, ਛੋਟੀ ਹੈ, ਚੰਦਨ ਦੀ ਹੈ, ਇਹ ਸੋਨੇ ਦੀ ਹੈ ਕਿ ਇਹ ਚਾਂਦੀ ਦੀ ਹੈ, these are not important things। ਗੁਰੂ ਕਹਿੰਦੇ ਨੇ ਅੰਤःਕਰਨ, ਆਪਣੇ ਆਪ ਨੂੰ ਪਵਿੱਤਰ ਕਰਨਾ ਹੈ। ਇਹਨਾਂ ਪੌੜੀਆਂ ਦੇ ਵਿੱਚ ਮੇਰੇ ਸਤਿਗੁਰੂ ਇਹ ਦੱਸ ਰਹੇ ਨੇ ਕਿ ਪਵਿੱਤਰ ਕਰੋ ਤੇ
ਨਾਮ ਜਪੋ, ਨਾਮ ਲਵੋ। ਇਹ ਹੈ ਅਸਲੀ। ਵਾਹਿਗੁਰੂ ਮਨ ਕਾਮਨਾ ਤੀਰਥ ਦੇ ਛੁੱਟੈ। ਅੰਦਰ ਕਾਮਨਾ ਭਰੀਆਂ ਪਈਆਂ ਨੇ, ਇੱਛਾਵਾਂ ਦੇ ਨਾਲ ਲੈ ਕੇ ਤੇ ਆ ਗਏ ਤੀਰਥ ਸਥਾਨ ਤੇ। ਉੱਥੇ ਆ ਕੇ ਉਚੇਚੇ ਰੂਪ ਵਿੱਚ ਕਿ ਮੇਰਾ ਸਰੀਰ ਤੀਰਥ ਸਥਾਨ ਤੇ ਜਾ ਕੇ ਖਤਮ ਹੋਏ ਤੇ ਰੱਬ ਕੋਲ ਸ਼ਾਇਦ ਪਹੁੰਚ ਜਾਵਾਂਗੇ। ਜੇ ਸਰੀਰ ਉੱਥੇ ਜਾ ਕੇ ਵੀ ਛੁੱਟ ਜਾਏ, ਗਰਭ ਗੁਮਾਨ ਨਾ ਮਨ ਤੇ ਹੁਟੈ। ਅੰਦਰ ਦਾ ਗੁਮਾਨ, ਅੰਦਰ ਦਾ ਹੰਕਾਰ ਉਹ ਨਹੀਂ ਘਟਦਾ, ਉਹ ਹੁਟਦਾ ਨਹੀਂ, ਉਹ ਖਤਮ ਨਹੀਂ ਹੁੰਦਾ, ਘਟਦਾ ਵੀ ਨਹੀਂ। ਉਹ ਤੇ ਅੰਦਰ ਦਾ ਅੰਦਰ ਹੈ। ਇਹ ਉਸੇ ਤਰ੍ਹਾਂ ਬਾਹਰਲੀ ਕਿਰਿਆ ਹੈ। ਗੁਰੂ ਜੀ ਕਹਿ ਰਹੇ ਨੇ ਕਿ ਬਾਹਰਲੀ ਕਿਰਿਆ ਨਹੀਂ, ਸੋਚ ਕਰੇ ਦਿਨਸ ਅਰ ਰਾਤ। ਦਿਨ ਤੇ ਰਾਤ ਸਦਾ ਇਸ਼ਨਾਨ ਕਰਦਾ ਹੈ, ਆਪਣੇ ਆਪ ਨੂੰ ਪਵਿੱਤਰ ਸਰੀਰ ਨੂੰ ਬਣਾ ਲੈਂਦਾ ਹੈ। ਮਨ ਕੀ ਮੈਲ ਨਾ ਤਨ ਤੇ ਜਾਤ। ਉਹ ਭਾਈ ਅੰਦਰ ਹੈ ਮੈਲ, ਉਹ ਤਨ ਧੋਣ ਨਾਲ ਖਤਮ ਨਹੀਂ ਹੋਣੀ। ਮਨ ਉਸ ਦੇ ਅੰਦਰ ਨਾਮ ਦਾ ਵਾਸਾ ਕਰਨਾ ਹੈ। ਇਸ ਦੀ ਹੀ ਕੋ ਬਹੁ ਸਾਧਨਾ ਕਰੇ। ਫਿਰ ਸਰੀਰ ਦੀ ਹੈ, ਸਰੀਰ ਦੀ ਸਾਧਨਾ, ਸਰੀਰ ਦੇ ਨਾਲ, ਸਰੀਰ ਖਾਤਰ, ਸਰੀਰ ਵਾਸਤੇ ਤੇ ਸਰੀਰ ਦੇ ਨਾਲ ਜਿੰਨੀ ਮਰਜ਼ੀ ਸਾਧਨਾ ਕਰੀ ਜਾਏ, ਮਨ ਤੇ ਕਬੂ ਨਾ ਵਿਖਿਆ ਟਰੇ। ਜਿਹੜੀ ਅੰਦਰ ਵਿਸ਼ੇ ਵਿਕਾਰਾਂ ਦੀ, ਮਾਇਆ ਦੀ ਪ੍ਰਭਾਵ ਅੰਦਰ ਪਏ ਹੋਏ ਨੇ, ਉਹ ਕਿਵੇਂ ਜਾਣਗੇ? ਮਨ ਤੇ ਕਬੂ ਨਾ ਵਿਖਿਆ ਟਰੇ। ਉਹ ਮਾਇਆ ਦਾ ਪ੍ਰਭਾਵ ਅੰਦਰੋਂ ਨਹੀਂ ਹਟਦਾ। ਬਾਹਰਲੀ ਕਿਰਿਆ ਦੇ ਨਾਲ ਅੰਦਰ ਪਵਿੱਤਰ ਨਹੀਂ ਹੁੰਦਾ। ਜਲ ਧੋਵੇ, ਪਾਣੀ ਦੇ ਨਾਲ ਧੋਵੇ, ਬੌਧੇ ਅਨੀਤ, ਜਲ ਦੇ ਨਾਲ ਇਸ ਨਾਸ਼ਵੰਤ ਸਰੀਰ ਨੂੰ ਧੋ ਰਿਹਾ। ਇਸ ਨੇ ਤੇ ਨਾਸ਼ ਹੋਣਾ ਹੀ ਹੋਣਾ ਹੈ। ਇਹ ਨਿਤ ਨਹੀਂ ਰਹਿਣ ਵਾਲਾ, ਅਨੀਤ ਹੈ। ਸੁਧ ਕਹਾਂ ਹੋਏ ਕਾਚੀ ਪੀਤ। ਕੁਐਸਚਨ ਤਾਂ ਇਹ ਹੈ ਕਿ ਇਸ ਅੰਦਰ ਦੀ ਕੱਚੀ ਕੰਧ ਨੂੰ ਕਿੰਜ ਪਵਿੱਤਰ ਕਰਨਾ ਹੈ, ਉਸ ਨੂੰ ਕਿੰਜ ਸ਼ੁੱਧ ਕਰਨਾ ਹੈ। ਜੇ ਮੇਰੇ ਅੰਦਰ ਦੀ ਪਵਿੱਤਰਤਾ ਤੇ ਬਾਹਰ ਦੀ ਪਵਿੱਤਰਤਾ, ਇਸ ਪੂਰੀ ਪੌੜੀ ਦੇ ਵਿੱਚ ਇਹੀ ਜ਼ਿਕਰ ਹੈ। ਨਾਨਕ ਨਾਮ ਉਦਰੇ ਪਤਿਤ ਬਹੁ ਮੂਚ। ਫਿਰ ਕਿਵੇਂ ਕਰੀਏ? ਕਿਵੇਂ ਪਵਿੱਤਰਤਾ ਅੰਦਰਲੀ ਹੋਏਗੀ? ਗੁਰੂ ਜੀ ਇਹ ਬੇਨਤੀ ਸਾਨੂੰ ਸੁਣਾ ਰਹੇ ਨੇ, ਆਪ ਕਰ ਰਹੇ ਨੇ, ਆਪ ਆਪਣੇ ਉੱਪਰ ਲੈ ਕੇ ਦੱਸ ਰਹੇ ਨੇ। ਨਾਨਕ ਨਾਮ ਉਦਰੇ, ਨਾਮ ਦੇ ਨਾਲ ਉਧਾਰ ਹੋਏਗਾ। ਪਤਿਤ ਬਹੁ ਮੂਚ, ਕਿਤਨਾ ਵੀ ਬੜਾ ਵੱਡਾ ਪਤਿਤ ਹੋਵੇ ਤਾਂ ਵੀ। ਸੋ ਜਿਹੜੇ ਅੰਦਰ ਦੀ ਪਤਿਤ ਅਸੀਂ ਅਪਵਿੱਤਰ ਕੰਮ ਅੰਦਰ ਦੇ ਮਨ ਦੇ ਵਿੱਚ ਪਾਏ ਹੋਏ ਨੇ, ਉਹਨਾਂ ਨੂੰ ਨਹੀਂ ਪਵਿੱਤਰ ਕਰਨਾ ਨਹਾਉਣ ਨਾਲ, ਤੀਰਥ ਜਾਣ ਨਾਲ। ਕਿਉਂਕਿ ਅੰਦਰ ਮੈਲ ਜਿਹੜੀ ਹੈ ਮਾਇਆ ਦੀ ਹੈ, ਮੇਰੇ ਹੰਕਾਰ ਦੀ ਹੈ, ਵਿਖਿਆ ਦੀ ਹੈ। ਇਹਨਾਂ ਨੂੰ ਦੂਰ ਕਰਨ ਲਈ ਕੇਵਲ ਨਾਮ ਹੀ ਕਾਰਗਰ ਹੈ। ਕੇਵਲ ਨਾਮ ਹੀ ਇਸ ਨੂੰ ਅੱਗੇ ਲੈ ਜਾ ਸਕਦਾ ਹੈ। ਸੋ ਸਾਨੂੰ ਬਾਰ-ਬਾਰ ਗੁਰੂ ਜੀ ਵਿਆਖਿਆ ਸਹਿਤ ਇੱਕ ਚੇਤਾਵਨੀ ਦੇ ਰਹੇ ਨੇ। ਮੇਰੇ ਮਨ ਨੂੰ ਠੋਕਰ ਲਾ ਰਹੇ, ਸਰੀਰ ਨੂੰ ਨਹੀਂ ਠੋਕਰ ਲਾਉਂਦੇ, ਸਰੀਰ ਨੂੰ ਨਹੀਂ ਕਹਿ ਰਹੇ, ਮੇਰੇ ਮਨ ਨੂੰ ਕਹਿ ਰਹੇ ਨੇ। ਮਨ ਦੇ ਅੰਦਰ ਹੰਕਾਰ ਕਿਹੜੀ ਚੀਜ਼ ਦਾ ਹੈ? ਹੁਣ ਅੱਗੇ ਦੱਸ ਰਹੇ ਨੇ। ਬਹੁਤ ਸਿਆਣਪਾਂ ਭਰੀਆਂ ਹੋਈਆਂ ਨੇ। ਜਮ ਕਾ ਭਉ ਵਿਆਪੈ। ਇਹ ਤੇ ਸੇਵਕ ਕੇਵਲ ਸਿਆਣਪ ਦੇ ਨਾਲ ਲੈ ਕੇ ਵੀ ਜਮ ਦਾ ਡਰ ਸਿਰ ਦੇ ਉੱਤੇ ਰਹੇਗਾ। ਕਿਤਨਾ ਵੀ ਕੋਈ ਸਿਆਣਾ ਹੋਏ, ਉਸਨੇ ਜਾਣਾ ਹੀ ਜਾਣਾ ਹੈ। ਅਨੇਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ।
ਤ੍ਰਿਸ਼ਨਾ ਨਹੀਂ ਰਜਦੀ, ਕਿਤਨੇ ਵੀ ਯਤਨ ਕਰ ਲਈਏ ਅਸੀਂ ਬਾਹਰਲੇ ਯਤਨਾਂ ਨਾਲ ਆਪਣੀ ਤ੍ਰਿਸ਼ਨਾ ਨੂੰ ਖਤਮ ਕਰਨ ਦਾ ਉਪਰਾਲਾ ਕਰਦੇ ਹਾਂ। ਗੁਰੂ ਜੀ ਕਹਿੰਦੇ ਨੇ ਤ੍ਰਿਸ਼ਨਾ ਇੰਜ ਨਹੀਂ ਜਾਣੀ, ਭੇਖ ਅਨੇਕ ਅਗਨ ਨਹੀਂ ਬੁਝੈ। ਬੜੇ ਭੇਖ ਧਾਰਨ ਕਰ ਲਏ, ਕੱਪੜੇ ਸੋਹਣੇ ਪਾ ਲਏ, ਚੋਗੇ ਪਾ ਲਏ, ਗੇਰੂਏ ਕਰ ਲਏ, ਸਿਰੋਂ ਪਾ ਸਿਰ ਤੇ ਲਾ ਲਏ। ਇਹ ਸਾਰੇ ਜਿਹੜੇ ਹਨ, ਇਹਨਾਂ ਭੇਖਾਂ ਦੇ ਧਾਰਨ ਕਰਨ ਦੇ ਨਾਲ ਅੰਦਰ ਦੀ ਅਗਨ ਨਹੀਂ ਬੁਝਦੀ। ਅਗਨੀ ਤਾਂ ਅੰਦਰ ਹੈ, ਟਕਣਾ ਅੰਦਰ ਨੂੰ ਹੈ, ਅੰਦਰ ਨੂੰ ਨਿਭਾਣਾ ਹੈ। ਛੂਟਸ ਕੋਟ ਪਾਵ ਦਰਗਹਿ ਨਹੀਂ ਸਿਜੈ, ਭਾਈ ਕਰੋੜਾਂ ਰਚਤਨ ਕਰ ਲਓ ਤਾਂ ਵੀ ਦਰਗਹਿ ਉਸ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਰੋੜਾਂ ਯਤਨਾਂ, ਇਹੋ ਜਿਹੇ ਯਤਨ ਜਿਹੜੇ ਦੱਸ ਰਹੇ ਹਨ, ਉਸ ਦੇ ਨਾਲ ਕਾਮਯਾਬੀ ਨਹੀਂ ਮਿਲੇਗੀ। ਨਹਿ ਸਿਜੈ, ਉਹ ਪੂਰੇ ਨਹੀਂ ਪੈਣੇ। ਛੂਟਸ ਨਾਹੀ ਊਭ ਪਿਆ, ਉੱਚੀ ਥਾਂ ਤੇ ਚਲਾ ਜਾਏ ਜਾਂ ਪਤਾਲ ਵਿੱਚ ਜਾਏ, ਬੜੀ ਵੱਡੀ ਸੋਚੇ ਕਿ ਧਰਤੀ ਨੂੰ ਛੱਡ ਕੇ ਮਾਰਸ ਦੇ ਵਿੱਚ ਆਵਾਂਗੇ, ਮਾਰਸ ਤੋਂ ਛੋਟ ਲੈ ਕੇ ਮੈਂ ਸਟਾਰਸ ਦੇ ਵੀ ਸਫ਼ਰ ਕਰਕੇ ਆ ਜਾਵਾਂਗੇ। ਇਹਦੇ ਨਾਲ ਅੰਦਰ ਦੀ ਤ੍ਰਿਸ਼ਨਾ ਨਹੀਂ ਹੋਣੀ ਖਤਮ। ਅੰਦਰ ਦੀ ਤ੍ਰਿਸ਼ਨਾ ਜਿਹੜੀ ਹੈ ਉਹ ਮੇਰੇ ਅੰਤःਕਰਣ ਨੂੰ ਪਵਿੱਤਰ ਕਰਨ ਲਈ ਛੂਟਸ ਨਾਹੀ, ਇਹ ਜਿਹੜੀਆਂ ਹਨ ਇਹਨਾਂ ਦੇ ਨਾਲ ਨਹੀਂ ਹੋਣੀ। ਗੁਰੂ ਜੀ ਫਿਰ ਕਹਿ ਰਹੇ ਨੇ ਜੋ ਉਹਨਾਂ ਸ਼ਲੋਕ ਦੇ ਵਿੱਚ ਕਿਹਾ ਸੀ ਕਿ ਪੂਜਸ ਨਾਹੀ ਹਰਿ ਹਰਿ, ਇਹ ਉੱਥੇ ਤੱਕ ਨਹੀਂ ਅਪੜਦੀ ਜਿੱਥੇ ਨਾਮ ਅਮੋਲ ਹੈ। ਅਸਲ ਤੇ ਨਾਮ ਅਮੋਲ ਦੇ ਨਾਲ ਪੂਰਾ ਕਰਨਾ ਹੈ। ਅਸੀਂ ਊਹ ਪਿਆਲ ਆਕਾਸ਼ ਧਰਤੀ ਪਤਾਲ ਕਰ ਲੈ, ਮੋਹ ਵਿਆਪੈ ਮੋਹ ਵਿਆਪੈ ਮਾਇਆ ਜਾਲ। ਇਹ ਤੇ ਸਾਰੇ ਮੋਹ ਦੇ ਜਾਲ ਆਲ ਜੰਜਾਲ ਨੇ। ਇਹ ਰੌਣਕ ਨੇ, ਵਕਤੀ ਰੌਣਕ ਦਿੰਦੇ ਨੇ, ਸੁਖਾਵੇਂ ਲੱਗਦੇ ਨੇ ਕੁਝ ਦੇਰ ਲਈ, ਲੇਕਿਨ ਇਹ ਸੁਖ ਨਹੀਂ ਦਿੰਦੇ, ਤ੍ਰਿਸ਼ਨਾ ਨਹੀਂ ਖਤਮ ਕਰਦੇ। ਇਹ ਸਾਰੀਆਂ ਜਿਹੜੀਆਂ ਸਾਡੀਆਂ ਕਰਨੀਆਂ ਨੇ ਉਹ ਅਸਲ ਦੇ ਵਿੱਚ ਤੇ ਸਾਨੂੰ ਜੰਗ ਦੇ ਡੰਡ ਤੱਕ ਪਹੁੰਚਾਉਂਦੀਆਂ ਨੇ, ਕਿਉਂਕਿ ਇਹ ਜਿਹੜੀਆਂ ਐਕਟੀਵਿਟੀਜ਼ ਨੇ ਉਹ ਅਸੀਂ ਦੰਭ ਨਾਲ, ਚਤੁਰਾਈ ਨਾਲ, ਕਿਸੇ ਦਾ ਕੱਟ ਕੇ, ਕਿਸੇ ਦਾ ਲੈ ਕੇ ਕਰਦੇ ਹਾਂ, ਕਿਸੇ ਤੋਂ ਖੋ ਕੇ ਕਰਦੇ ਹਾਂ, ਕਿਸੇ ਤੋਂ ਜ਼ਿਆਦਾ ਹੰਕਾਰ ਲੈ ਕੇ ਕਿ ਮੈਂ ਹੋਰ ਵੱਡਾ ਹੋਣਾ। ਇਹ ਸਾਰੀਆਂ ਜਿਹੜੀਆਂ ਕਰਤੱਵ ਨੇ, ਇੱਥੇ ਕਰਤੂਤ ਤੋਂ ਮਤਲਬ ਕਰਮ ਹੈ। ਇਹ ਸਾਰੇ ਕਰਮ ਜਿਹੜੇ ਨੇ ਉਹ ਜੰਗ ਕੋ ਲੈ ਜਾਣਗੇ। ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ। ਅਸਲ ਵਾਹਿਗੁਰੂ ਦੇ ਭਜਨ, ਵਾਹਿਗੁਰੂ ਦਾ ਸਿਮਰਨ, ਵਾਹਿਗੁਰੂ ਦੇ ਨਾਮ, ਵਾਹਿਗੁਰੂ ਦੇ ਨਾਲ ਜੁੜਨ ਤੋਂ ਬਿਨਾਂ ਇਹ ਇੱਕ ਤਿਲ ਵੀ ਨਹੀਂ ਬਰਾਬਰੀ ਕਰ ਸਕਦੇ। ਇੱਕ ਤਿਲ ਜਿੰਨਾ ਵੀ ਕਿਸੇ ਨੇ ਨਹੀਂ ਮੰਨਣਾ, ਉਹ ਜਿਹੜੀ ਅੰਤਮ ਨਿਰਣੈ ਕਰਨ ਵਾਲੀ ਸ਼ਕਤੀ ਹੈ, ਫਿਰ ਕੀ ਕੀਤਾ ਜਾਏ। ਇਹ ਦੁੱਖ ਮੈਨੂੰ ਲੱਗਦੇ ਨਹੀਂ, ਮੈਨੂੰ ਇਹ ਸੁੱਖ ਲੱਗਦੇ ਨੇ। ਗੁਰੂ ਜੀ ਕਹਿ ਰਹੇ ਨੇ ਕਿ ਅਸਲ ਜਿਹੜਾ ਹੈ ਉਹ ਦੁੱਖ ਇਹੀ ਹੈ ਜਿਹੜਾ ਤੈਨੂੰ ਸੁੱਖ ਲੱਗ ਰਿਹਾ ਹੈ, ਜਿਹੜਾ ਤੈਨੂੰ ਲੱਗਦਾ ਹੈ ਕਿ ਬਹੁਤ ਕੁਝ ਹੈ। ਹਰ ਕਾ ਨਾਮ ਜਪਤ ਦੁੱਖ ਜਾਏ। ਇਹ ਦੁੱਖ ਜਿਹੜਾ ਹੈ ਹਰੀ ਦਾ ਨਾਮ ਜਪਣ ਨਾਲ ਹੀ ਖਤਮ ਹੋਏਗਾ। तो ਵਾਹਿਗੁਰੂ ਦੇ ਨਾਮ, ਵਾਹਿਗੁਰੂ ਦਾ ਸਿਮਰਨ, ਉਸ ਦੇ ਵਿੱਚ ਇਹ ਰੁਕਾਵਟਾਂ ਨੇ। ਇਹ ਸਾਰੇ ਜਿਹੜੇ ਨੇ ਵਾਹਿਗੁਰੂ ਸਿਮਰਨ ਤੋਂ ਹਟਾਉਣ ਵਾਲੇ ਨੇ। ਨਾਨਕ ਬੋਲੇ ਸਹਿਜ ਸੁਭਾਏ। ਸਹਿਜ ਸੁਭਾਅ ਗੁਰੂ ਸਾਹਿਬ ਬੜੀਆਂ ਸਿੱਧੀਆਂ ਤੇ ਸਪਸ਼ਟ ਸਹਿਜ ਦੀਆਂ ਗੱਲਾਂ ਕਰ ਰਹੀਆਂ। ਇਹ ਕੋਈ ਬੜੀ ਵੱਡੀ ਫਿਲਾਸਫੀ ਨਹੀਂ ਹੈ, ਇਹ ਕੋਈ ਬੜੀ ਵੱਡੀ 6 ਸ਼ਾਸਤਰਾਂ ਦੇ ਗਿਆਨ ਜਾਂ ਸਿਮਰਤੀਆਂ ਦੇ ਗਿਆਨ ਨਹੀਂ ਹਨ। ਬੜੀ ਸਿੰਪਲ ਜੀ ਗੱਲ ਹੈ, ਬੜੀ ਸੌਖੀ ਜੀ ਗੱਲ ਹੈ
कि बई ये आल जाल माया जंजाल ने हौमै मोह भरम भय भार ने ये तैनू तेरा लेखा मंगण लई अगे जाके इन्हां दा देना पएगा। गोविंद भजन बिना इन्हां दे नाल नहीं स्वरूप होगा। सो सारी गुरु साहब जी दी जितना भी एम्फेसिस है वो है कि ਇਹ ਕਿਰਿਆਵਾਂ ਇਹ ਵਿਆਖਿਆ ਹੈ। ਗੁਰੂ ਜੀ ਆਪ ਵਿਆਖਿਆ ਕਰ ਰਹੇ ਨੇ, ਇੱਕ ਇੱਕ ਨੂੰ ਐਕਸਪੈਂਡ ਕਰਕੇ ਦੱਸ ਰਹੇ ਕਿ ਇਹ ਸਾਰੇ ਤੈਨੂੰ ਨਾਮ ਦੇ ਬਿਨਾ ਉੱਥੇ ਨਹੀਂ ਪਹੁੰਚਾਣਗੇ। ਨਾਮ ਦੇ ਨਾਲ ਉੱਥੇ ਪਹੁੰਚਣ ਲਈ ਕੀ ਕਰਨਾ ਚਾਹੀਦਾ ਹੈ? ਇਹਦਾ ਮਤਲਬ ਇਹ ਹੈ ਕਿ ਇਹਨਾਂ ਰੁਕਾਵਟਾਂ ਨੂੰ, ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਇਹ ਸਾਡੇ ਸੁੱਖ ਨੇ, ਜਿਨ੍ਹਾਂ ਨੂੰ ਸਮਝਦੇ ਹਾਂ ਇਹ ਸਾਡੀਆਂ ਮੌਜਾਂ ਨੇ, ਉਹ ਇਹ ਮੌਜਾਂ ਜਿਹੜੀਆਂ ਨੇ ਇਹ ਰੁਕਾਵਟਾਂ ਨੇ ਰੱਬ ਪਰਮੇਸ਼ਰ ਦੇ ਦੁਆਰ ਦੀਆਂ, ਨਾਮ ਦੇ ਰਸਤੇ ਦੇ ਇਹ ਜੰਜਾਲ ਨੇ, ਇਹ ਸਗਲੀ ਜਮ ਡਾਨੇ, ਇਹ ਤਾਂ ਜਿਹੜੇ ਹਨ ਇਹ ਤੈਨੂੰ ਡੰਡ ਦੇਣਗੇ ਜਮ ਦੇ ਕੋਲ ਜਾ ਕੇ। ਤੇ ਅਸੀਂ ਇਹਨਾਂ ਤੋਂ ਹਟ ਕੇ ਜਿਹੜੀ ਸਾਨੂੰ ਬਹੁਤ ਹੀ ਅਟਰੈਕਟਿਵ ਚੀਜ਼ ਲੱਗਦੀ ਹੈ ਨਾ, ਉਸ ਨੂੰ ਸੋਚ ਲਓ ਕਿ ਇਹ ਤੁਹਾਨੂੰ ਕਿਤੇ ਨਾ ਕਿਤੇ ਪਰਮੇਸ਼ਰ ਤੋਂ ਹਟਾਉਣ ਲਈ, ਪਰਮੇਸ਼ਰ ਤੋਂ ਪਰੇ ਕਰਨ ਲਈ ਇਹ ਜੰਜਾਲ ਪਾਇਆ। ਕਿਉਂ ਪਾਇਆ ਇਹ ਸਤਿਗੁਰੂ ਜਾਣੇ, ਉਹਦੀ ਖੇਡ ਹੈ। ਲੇਕਿਨ ਉਹਨੇ ਗੁਰੂ ਰੂਪ ਵਿੱਚ, ਸੁਖਮਨੀ ਰੂਪ ਵਿੱਚ, ਗੁਰਬਾਣੀ ਰੂਪ ਵਿੱਚ, ਸ਼ਬਦ ਰੂਪ ਵਿੱਚ ਸਾਡੇ ਸਾਹਮਣੇ ਰਾਹ ਵੀ ਤਾਂ ਦੱਸਿਆ ਹੋਇਆ ਹੈ। ਇਹ ਪ੍ਰਗਟ ਹੈ ਕਿ ਨਾਮ ਜਪੋ, ਤ੍ਰਿਸ਼ਨਾ ਵੀ ਬੁੱਝ ਜਾਏਗੀ, ਘਟ ਜਾਏਗੀ, ਹੌਲੀ ਹੌਲੀ ਘਟਦੀ ਘਟ ਜਾਏਗੀ। ਲੇਕਿਨ ਮੈਂ ਜਦ ਤੱਕ ਮੈਨੂੰ ਲੱਗਦਾ ਹੈ ਕਿ ਮੈਂ ਮੈਰੀ ਮੇਕਿੰਗ ਇੰਜੋਇਮੈਂਟ ਹੀ ਕਰਨੀ ਹੈ ਤੇ ਇਹੀ ਮੇਰੇ ਜੀਵਨ ਦਾ ਪ੍ਰਯੋਜਨ ਹੈ, ਉਦੋਂ ਤੱਕ ਇਹ ਨਹੀਂ ਹੁੰਦਾ। ਗੁਰੂ ਤੇ ਸਹਿਜ ਸੁਭਾਏ ਕਹਿ ਰਹੇ ਨੇ, ਭੋਲਿਆ ਹਉਮੈ ਸੁਰਤ ਕੱਢ ਦੇ ਤੇ ਨਾਮ ਦੀ ਸੁਰਤ ਵਿੱਚ ਆਪਣੀ ਬਿਰਤੂ ਨੂੰ ਲੈ ਜਾ, ਇਹ ਤੈਨੂੰ ਪਰਮੇਸ਼ਰ ਕੋਲ ਲੈ ਜਾਏਗੀ। ਵਾਹਿਗੁਰੂ ਮਿਹਰ ਕਰਨ। ਜੋ ਗੁਰੂ ਦੀ ਇਹ ਆਵਾਜ਼ ਹੈ, ਜਿਹੜੀ ਇਹ ਸੈਂਸ ਹੈ, ਇਹ ਜਿਹੜਾ ਅੰਤःਕਰਨ, ਉਹ ਸਾਡੇ ਅੰਤःਕਰਨ ਨੂੰ ਟੱਚ ਕਰੇ ਤੇ ਸਾਨੂੰ ਪਤਾ ਚੱਲੇ ਕਿ ਇਹ ਮੈਂ ਜਮ ਡਾਂਗ ਤੇ ਸਿਆਣਪਾਂ ਤੋਂ ਹਟ ਕੇ ਪ੍ਰਭੂ ਦੇ ਨਾਲ ਜੁੜ ਜਾਵਾਂ। ਇਹ ਮੇਰੇ ਸਤਿਗੁਰੂ ਦਾ ਸੁਖ ਬਣੇ ਦਾ ਸੁੱਖਾਂ ਭਰਿਆ ਸੰਦੇਸ਼ ਅੱਜ ਸਾਡੇ ਕੋਲ ਰਿਵੀਲ ਹੋਇਆ। ਵਾਹਿਗੁਰੂ ਮਿਹਰ ਕਰੇ ਇਹਨੂੰ ਅਸੀਂ ਝੋਲੀ ਵਿੱਚ, ਅੰਦਰ ਦੀ ਝੋਲੀ ਵਿੱਚ ਪਾ ਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਜਪਣ ਵੱਲ ਲੱਗ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ